ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਜਿਹੜਾ ਕੰਮ ਆਇਆ 29 ਜੁਲਾਈ 2020 ਦਾ ਉਹ ਕਰਾਂਗੇ। ਜਿਵੇਂ ਕਿ ਅਸੀਂ ਪਾਠ ਨੰਬਰ 22 ਲੋਕਤੰਤਰ ਬਾਰੇ ਅਸੀਂ ਪੜ੍ਹ ਰਹੇ ਸੀ। ਪਾਠ ਨੰਬਰ 22 ਉਸ ਦੇ ਵਿੱਚ ਅਸੀਂ ਪਹਿਲਾਂ ਪੜ੍ਹ ਰਹੇ ਸੀ ਕਿ ਜੋ ਦਲ ਹੁੰਦੇ ਨੇਗੇ, ਪਾਰਟੀਜ਼ ਹੁੰਦੀਆਂ ਨੇ, ਉਹ ਲੋਕਤੰਤਰ ਦੀ ਜੜ ਹਨ। ਕਿਉਂਕਿ ਜੋ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ, ਰਾਜਨੀਤਿਕ ਦਲ ਹੁੰਦੇ ਹਨ, ਇਹੀ ਹੀ ਲੋਕਾਂ ਨੂੰ ਸਹੀ ਭਾਵ ਲੋਕਾਂ ਨੂੰ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ, ਜਿਹੜੀ ਸਰਕਾਰ ਦਾ ਰਾਜ ਚੱਲਦਾ ਹੈ, ਭਾਵ ਜਿਸ ਸਰਕਾਰ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ, ਉਸ ਸਰਕਾਰ ਦੀਆਂ ਪੋਲਾਂ ਬਾਕੀ ਰਾਜਨੀਤਿਕ ਦਲ, ਜਿਸ ਨੂੰ ਅਸੀਂ ਕਹਿੰਦੇ ਹਾਂ ਵਿਰੋਧੀ ਦਲ, ਓਪੋਜੀਸ਼ਨ ਪਾਰਟੀ, ਉਹੀ ਖੋਲ੍ਹਦੀਆਂ ਨੇ। ਜਿਹੜੇ ਪੋਲੀਟੀਕਲ ਪਾਰਟੀਜ਼ ਨੇ, ਰਾਜਨੀਤਿਕ ਦਲ ਨੇ, ਇਹ ਲੋਕਤੰਤਰ ਦੀ ਜੜ ਹਨ। ਕਿਉਂਕਿ ਜਿਹੜੇ ਦੇਸ਼ਾਂ ਦੇ ਵਿੱਚ ਰਾਜਨੀਤਿਕ ਦਲ ਹੀ ਨਹੀਂ, ਤਾਂ ਅਸੀਂ ਉਸ ਨੂੰ ਚੰਗੀ ਤਰ੍ਹਾਂ ਲੋਕਤੰਤਰ ਨਹੀਂ ਕਹਿ ਸਕਦੇ। ਕਿਉਂਕਿ ਉੱਥੇ ਇੱਕ ਹੀ ਪਾਰਟੀ ਦਾ ਜੇਕਰ ਰਾਜ ਹੋਵੇਗਾ ਤਾਂ ਲੋਕਾਂ ਨੂੰ ਕੋਈ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕੇਗਾ। ਤਾਂ ਅਸੀਂ ਕਰ ਚੁੱਕੇ ਹਾਂ ਕਿ ਸਾਡੇ ਭਾਰਤ ਦੇ ਵਿੱਚ ਜਿਹੜੇ ਰਾਸ਼ਟਰੀ ਦਲ ਅਤੇ ਖੇਤਰੀ ਦਲ, ਭਾਰਤ ਦਾ ਜੋ ਰਾਜਨੀਤਿਕ ਦਲ ਨੇ ਉਹ ਦੋ ਤਰ੍ਹਾਂ ਦੇ ਨੇ, ਇੱਕ ਨੈਸ਼ਨਲ ਪਾਰਟੀਜ਼, ਇੱਕ ਸਟੇਟ ਪਾਰਟੀਜ਼। ਭਾਵ ਇੱਕ ਰਾਸ਼ਟਰੀ, ਜਿਨ੍ਹਾਂ ਨੂੰ ਜਿਹੜੇ ਦਲਾਂ ਨੂੰ 4 ਜਾਂ 5 ਰਾਜਾਂ ਵਿੱਚ ਮਾਨਤਾ ਹੋਵੇ, ਉਹਨਾਂ ਨੂੰ ਅਸੀਂ ਰਾਸ਼ਟਰੀ ਦਲ ਕਹਿੰਦੇ ਹਾਂ। ਅਤੇ ਜਿਹੜੇ ਦਲਾਂ ਨੂੰ ਸਿਰਫ 1 ਜਾਂ 2 ਤੱਕ ਹੀ ਸੀਮਿਤ, ਉਹਨਾਂ ਨੂੰ ਅਸੀਂ ਰਾਜ ਦਲ ਜਾਂ ਖੇਤਰੀ ਦਲ ਕਹਿੰਦੇ ਹਾਂ। ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਕਾਂਗਰਸ, ਇਹ ਸਾਰੀਆਂ ਰਾਸ਼ਟਰੀ ਦਲ ਨੇ। ਕਿਉਂਕਿ ਇਹਨਾਂ ਨੂੰ 4 ਜਾਂ 4 ਤੋਂ 5 ਰਾਜਾਂ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਹੈ ਜਾਂ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ। ਜੋ ਚੋਣ ਕਮਿਸ਼ਨ ਵੱਲੋਂ, ਇਲੈਕਸ਼ਨ ਕਮਿਸ਼ਨ ਵੱਲੋਂ ਸ਼ਰਤਾਂ ਹੁੰਦੀਆਂ ਨੇ, ਇਹ ਉਹਨਾਂ ਨੂੰ ਪੂਰੀਆਂ ਕਰਦੀਆਂ ਨੇ। ਜਿਵੇਂ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ, ਇਹ 1 ਜਾਂ 2 ਰਾਜਾਂ ਤੱਕ ਹੀ ਸੀਮਿਤ ਹੈ, ਤਾਂ ਕਰਕੇ ਇਸ ਨੂੰ ਖੇਤਰੀ ਦਲ ਜਾਂ ਰਾਜ ਦਲ ਕਹਿੰਦੇ ਹਾਂ। ਜਿਵੇਂ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ 1977 ਤੋਂ ਬਾਅਦ ਇੱਕ ਢੰਗ ਚੱਲਿਆ ਸੀਗਾ ਬਹੁਦਲੀ ਸਰਕਾਰ ਬਣਾਉਣ ਦਾ, ਭਾਵ ਗਠਬੰਧਨ ਵਾਲੀ ਜਾਂ ਬਹੁਦਲੀ। ਜਦੋਂ ਕਿਸੇ ਇੱਕ ਸਰਕਾਰ ਨੂੰ ਚੰਗੀ ਤਰ੍ਹਾਂ ਬਹੁਮਤ ਪ੍ਰਾਪਤ ਨਹੀਂ ਹੁੰਦਾ, ਜਿਹੜਾ ਨਿਸ਼ਚਿਤ ਕੋਟਾ ਕੀਤਾ ਹੋਇਆਗਾ ਲੋਕ ਸਭਾ ਦੀਆਂ ਸੀਟਾਂ ਪ੍ਰਾਪਤ ਕਰਨ ਦਾ, ਲਗਭਗ 272-73 ਤੋਂ ਵੱਧ, ਜਦੋਂ ਇਹ ਸੀਟਾਂ ਕਿਸੇ ਇੱਕ ਪਾਰਟੀ ਨੂੰ ਨਹੀਂ ਮਿਲਦੀਆਂ, ਤਾਂ ਫਿਰ ਕਈ ਪਾਰਟੀਆਂ ਮਿਲ ਕੇ ਸਾਂਝੀ ਸਰਕਾਰ ਬਣਾਉਂਦੀ ਨੇ, ਜਿਸ ਨੂੰ ਅਸੀਂ ਬਹੁਦਲੀ ਗਠਬੰਧਨ ਜਾਂ ਜਿਸ ਨੂੰ ਅਸੀਂ ਸਾਂਝੀ ਸਰਕਾਰ, ਜਿਸ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਨੇਗੇ ਕੋਲੀਸ਼ਨ ਗੌਰਮੈਂਟ। ਭਾਵ ਜਦੋਂ ਇੱਕ ਦਲ ਨੂੰ ਸਪਸ਼ਟ ਬਹੁਮਤ ਨਹੀਂ ਮਿਲਦਾ, ਉਹਨਾਂ ਨੂੰ ਮੈਜੋਰਟੀ ਨਹੀਂ ਮਿਲਦੀ, ਕਿਸੇ ਇੱਕ ਪਾਰਟੀ ਨੂੰ ਮੈਜੋਰਟੀ ਨਹੀਂ ਮਿਲਦੀ, ਤਾਂ ਫਿਰ ਕਈ ਦਲ ਮਿਲ ਕੇ ਸਰਕਾਰ ਬਣਾਉਂਦੇ ਨੇ। ਤਾਂ ਅਸੀਂ ਉਸ ਨੂੰ ਕੋਲੀਸ਼ਨ ਗੌਰਮੈਂਟ, ਗਠਬੰਧਨ ਵਾਲੀ ਸਰਕਾਰ ਜਾਂ ਬਹੁਦਲੀ ਸਰਕਾਰ ਜਾਂ ਮਿਲੀ ਜੁਲੀ ਸਰਕਾਰ ਕਹਿੰਦੇ ਹਾਂ। ਇਹ ਸਾਡੇ ਭਾਰਤ ਵਿੱਚ ਪਹਿਲੀ ਵਾਰੀ ਹੋਇਆ ਸੀਗਾ 1977 ਦੇ ਵਿੱਚ, 1977 ਦੇ ਵਿੱਚ ਹੋਇਆ ਸੀ, ਜਦੋਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ, ਕਿਸੇ ਵੀ ਪਾਰਟੀ ਨੂੰ ਮੈਜੋਰਟੀ ਨਹੀਂ ਮਿਲੀ ਸੀ, ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ। ਤਾਂ ਪਹਿਲੀ ਵਾਰੀ ਹੋਇਆ ਸੀ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਅਤੇ ਸਾਡੇ ਪ੍ਰਧਾਨ ਮੰਤਰੀ ਬਣੇ ਸਨ, ਸਾਡੇ ਪ੍ਰਾਈਮ ਮਿਨਿਸਟਰ ਬਣੇ ਸਨ ਮੁਰਾਰਜੀ ਦੇਸਾਈ। ਤਾਂ ਮੁਰਾਰਜੀ ਦੇਸਾਈ ਸਾਡੇ ਭਾਰਤ ਦੇ ਪਹਿਲੇ ਗੈਰ ਕਾਂਗਰਸੀ, ਨੌਨ ਕਾਂਗਰਸ, ਸਾਡੇ ਮੁਰਾਰਜੀ ਦੇਸਾਈ ਭਾਰਤ ਦੇ ਪਹਿਲੇ ਗੈਰ ਕਾਂਗਰਸੀ, ਭਾਵ ਆਜ਼ਾਦੀ ਤੋਂ ਲੈ ਕੇ 1977 ਤੱਕ, 1977 ਤੱਕ ਜਿੰਨੀਆਂ ਸਰਕਾਰਾਂ ਬਣੀਆਂ, ਜਿੰਨੇ PM ਬਣੇ, ਜਿੰਨੇ ਪ੍ਰਾਈਮ ਮਿਨਿਸਟਰ ਬਣੇ, ਸਾਰੇ ਹੀ ਉਹ ਕਾਂਗਰਸ ਪਾਰਟੀ ਦੇ ਬਣੇ। ਤਾਂ 1977 ਦੇ ਵਿੱਚ ਪਹਿਲੀ ਵਾਰੀ ਕੋਲੀਸ਼ਨ ਗੌਰਮੈਂਟ ਜਾਂ ਬਹੁਦਲੀ ਸਰਕਾਰ ਬਣੀ। ਅਤੇ ਕੀ ਹੋਇਆ ਫਿਰ, ਉਦੋਂ ਮੁਰਾਰਜੀ ਦੇਸਾਈ ਭਾਵ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ, ਅਤੇ ਜਿਸ ਦੇ ਵੱਲੋਂ ਮੁਰਾਰਜੀ ਦੇਸਾਈ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਜੇਕਰ ਤੁਹਾਨੂੰ ਕੋਈ ਕੁਐਸਚਨ ਆ ਜੇ ਕਿ ਭਾਰਤ ਦੇ ਵਿੱਚ ਪਹਿਲੀ ਵਾਰੀ ਕਦੋਂ ਸਰਕਾਰ ਬਣੀ, ਕੋਲੀਸ਼ਨ ਗੌਰਮੈਂਟ ਬਣੀ, ਬਹੁਦਲੀ ਸਰਕਾਰ ਬਣੀ ਜਾਂ ਮਿਲੀ ਜੁਲੀ ਸਰਕਾਰ ਬਣੀ, ਉਹ ਬਣੀ 1977 ਦੇ ਵਿੱਚ, 1977 ਦੇ ਵਿੱਚ। ਸਾਡੇ PM ਬਣੇ ਸਨ ਮੁਰਾਰਜੀ ਦੇਸਾਈ। ਜੇ ਤੁਹਾਨੂੰ ਕਦੇ ਕੁਐਸਚਨ ਆਏ ਕਿ ਪਹਿਲਾ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਭਾਰਤ ਦਾ, ਤਾਂ ਮੁਰਾਰਜੀ ਦੇਸਾਈ। ਤਾਂ 1977 ਤੋਂ ਬਾਅਦ ਇੱਕ ਰੀਤ ਜੀ ਪੈ ਗਈ ਸੀ
ਕਿ ਉਸ ਤੋਂ ਬਾਅਦ ਕਿਸੇ ਪਾਰਟੀ ਨੂੰ ਚੰਗੀ ਤਰ੍ਹਾਂ ਬਹੁਮਤ ਨਹੀਂ ਮਿਲਦਾ ਸੀ, ਮੈਜੋਰਟੀ ਨਹੀਂ ਮਿਲਦੀ ਸੀ। ਫਿਰ ਸਾਂਝੀਆਂ ਸਰਕਾਰਾਂ, ਕੋਲੀਸ਼ਨ ਗਵਰਨਮੈਂਟ ਬਣਨੀਆਂ ਸ਼ੁਰੂ ਹੋਈਆਂ। ਤਾਂ ਸਾਡੇ ਫਿਰ ਕੀ ਹੋਇਆ ਸੀ, 1999 ਤੋਂ ਲੈ ਕੇ 2004, 1999 ਤੋਂ ਲੈ ਕੇ 2004 ਤੱਕ ਸਾਡੀ 13ਵੀਂ ਲੋਕ ਸਭਾ ਦੀ ਚੋਣ ਹੋਈ। ਉਸ ਦੇ ਵਿੱਚ ਵੀ ਜੋ ਸਰਕਾਰ ਬਣੀ ਸੀ ਬੀਜੇਪੀ, ਭਾਰਤੀ ਜਨਤਾ ਪਾਰਟੀ ਦੇ ਅਧੀਨ ਬਣੀ ਸੀ, ਅਤੇ ਸਾਡੇ ਅਟਲ ਬਿਹਾਰੀ ਵਾਜਪਾਈ ਜੀ ਪ੍ਰਧਾਨ ਮੰਤਰੀ ਬਣੇ ਸਨ। ਤਾਂ ਉਦੋਂ ਵੀ ਤੁਹਾਡੀ 13ਵੀਂ ਲੋਕ ਸਭਾ ਦੀ ਚੋਣ ਹੋਈ ਸੀ, ਉਸ ਦੇ ਵਿੱਚ ਵੀ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ। ਤਾਂ 1999 ਤੋਂ ਲੈ ਕੇ 2004 ਤੱਕ ਜੋ 13ਵੀਂ ਸਰਕਾਰ ਬਣੀ ਸੀ, ਅਟਲ ਬਿਹਾਰੀ ਵਾਜਪਾਈ ਜੀ ਪ੍ਰਧਾਨ ਮੰਤਰੀ ਬਣੇ ਸਨ, ਅਤੇ ਉਸ ਦਾ ਕਾਰਜਕਾਲ ਰਿਹਾ ਸੀ 1999 ਤੋਂ ਲੈ ਕੇ 1999 ਤੋਂ ਲੈ ਕੇ 2004 ਤੱਕ। ਤੁਹਾਨੂੰ ਕੁਐਸਚਨ ਆ ਗਿਆ, ਅੱਜ ਆਇਆ ਹੋਇਆ ਵੀ 13ਵੀਂ ਲੋਕ ਸਭਾ ਦਾ ਕਿੰਨਾ ਸਮਾਂ ਰਿਹਾ। ਤਾਂ 1999 ਤੋਂ ਲੈ ਕੇ 1999 ਤੋਂ ਲੈ ਕੇ 2004 ਤੱਕ ਰਿਹਾ ਸੀ। ਫਿਰ ਸਾਡੀ ਚੋਣ ਹੋਈ 14ਵੀਂ, ਭਾਵ 2004 ਤੋਂ ਲੈ ਕੇ 2009 ਤੱਕ। ਫਿਰ ਚੋਣ ਹੋਈ 15ਵੀਂ, 2009 ਤੋਂ ਲੈ ਕੇ 2014 ਤੱਕ। ਕਿਉਂਕਿ ਸਾਡੇ ਭਾਰਤ ਵਿੱਚ ਜੋ ਲੋਕ ਸਭਾ ਦਾ ਕਾਰਜਕਾਲ ਹੈ ਉਹ 5 ਸਾਲ ਹੁੰਦਾ ਹੈ, ਭਾਵ ਹਰੇਕ 5 ਸਾਲ ਬਾਅਦ ਚੋਣ ਕਰਾਉਣੀ ਜ਼ਰੂਰੀ ਹੈ। ਪਰ ਕੁਝ ਕਾਰਨਾਂ ਕਰਕੇ ਕਈ ਵਾਰ ਇਹ ਅੱਗੇ ਪਿੱਛੇ ਵੀ ਹੋ ਸਕਦੀ ਹੈ, ਉਹ ਇੱਕ ਵੱਖਰੀ ਗੱਲ ਹੈ। ਅਤੇ 16ਵੀਂ ਲੋਕ ਸਭਾ ਦੀ ਚੋਣ ਹੋਈ 2014 ਦੇ ਵਿੱਚ, ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਸਾਡੇ PM ਬਣੇ ਸਨ ਸ਼੍ਰੀ ਨਰਿੰਦਰ ਮੋਦੀ ਜੀ। ਫਿਰ 17ਵੀਂ ਚੋਣ ਹੋਈ 2019 ਵਿੱਚ, ਜਦੋਂ ਹੁਣ ਸਪਸ਼ਟ ਬਹੁਮਤ ਮਿਲਿਆਗਾ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਹੋਇਆ, ਅਤੇ ਜਿਸ ਦੇ ਵੱਲੋਂ ਸਾਡੇ ਪ੍ਰਧਾਨ ਮੰਤਰੀ ਹਨ ਸ਼੍ਰੀ ਨਰਿੰਦਰ ਮੋਦੀ ਜੀ। ਤਾਂ ਇਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸਾਂਝੀ ਸਰਕਾਰ ਕੀ ਹੁੰਦੀ ਹੈ। ਜਦੋਂ ਕਿਸੇ ਦਲ ਨੂੰ ਸਪਸ਼ਟ ਬਹੁਮਤ ਨਹੀਂ ਪ੍ਰਾਪਤ ਹੁੰਦਾ ਤਾਂ ਉਸ ਨੂੰ ਅਸੀਂ ਕੋਲੀਸ਼ਨ ਗਵਰਨਮੈਂਟ ਕਹਿੰਦੇ ਹਾਂ। ਅਤੇ ਸਾਡੇ ਜੋ BJP ਹੈ, ਭਾਰਤੀ ਜਨਤਾ ਪਾਰਟੀ ਹੈ, ਅਤੇ ਉਸ ਦਾ ਸਮਝੌਤਾ ਹੋਇਆ ਸ਼੍ਰੋਮਣੀ ਅਕਾਲੀ ਦਲ ਨਾਲ। ਜੋ ਸ਼੍ਰੋਮਣੀ ਅਕਾਲੀ ਦਲ ਹੈ ਉਸਨੇ BJP ਨਾਲ ਸਮਝੌਤਾ ਹੋਇਆ। ਅਤੇ ਪੰਜਾਬ ਦੇ ਵਿੱਚ ਸਮਝੌਤਾ ਭਾਵ ਜਦੋਂ ਦੋ ਪਾਰਟੀਆਂ ਦੇ ਵਿਚਕਾਰ ਸਮਝੌਤਾ ਹੋ ਜਾਂਦਾ ਤਾਂ ਉੱਥੇ ਗੱਲ ਇਹ ਹੁੰਦੀ ਹੈ, ਮੰਨ ਲਓ ਪੰਜਾਬ ਦੇ ਵਿੱਚ ਕੁੱਲ ਸੀਟਾਂ ਨੇ 13 ਲੋਕ ਸਭਾ ਦੀਆਂ, BJP, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਵਿਚਕਾਰ ਸਮਝੌਤਾ ਹੋਇਆ। ਤਾਂ ਉੱਥੇ ਜਿੱਥੇ BJP ਦਾ ਉਮੀਦਵਾਰ ਚੋਣ ਲੜੇਗਾ, ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਚੋਣ ਨਹੀਂ ਲੜੇਗਾ, ਭਾਵ ਉਹ ਇੱਕ ਦੂਜੇ ਦੀ ਸਪੋਰਟ ਕਰਦੀਆਂ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸ ਪਾਰਟੀ ਨਾਲ ਮਿਲ ਕੇ ਕੇਂਦਰ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਨੂੰ ਵੱਖਰਾ ਰੂਪ ਦੇ ਕੇ ਇੱਕ ਨਵਾਂ ਪਾਠ ਸ਼ੁਰੂ ਕੀਤਾ। ਇਹ ਕੀਤਾ ਭਾਰਤੀ ਜਨਤਾ ਪਾਰਟੀ, BJP ਆਨਸਰ ਆਵੇਗਾ ਈਡੀ। ਬਹੁਦਲੀ ਸਰਕਾਰ ਕਿਸ ਨੂੰ ਕਹਿੰਦੇ ਹਨ? ਬਹੁਦਲੀ ਸਰਕਾਰ ਕਿਹਨੂੰ ਕਹਿੰਦੇ ਹਾਂ ਅਸੀਂ? ਦੋ ਦਲਾਂ ਵਾਲੀ ਸਰਕਾਰ, ਬਹੁਤ ਦਲ ਵਾਲੀ ਸਰਕਾਰ, ਜਿਹਦੇ ਵਿੱਚ ਕਈ ਦਲ ਹੋਣ ਉਸ ਨੂੰ ਅਸੀਂ ਬਹੁਦਲੀ ਸਰਕਾਰ ਕਹਿੰਦੇ ਹਾਂ। ਇਸ ਦਾ ਆਨਸਰ ਵੀ ਈਡੀ ਆਵੇਗਾ। 14ਵੀਂ ਅਤੇ 15ਵੀਂ ਲੋਕ ਸਭਾ ਵਿੱਚ 14ਵੀਂ ਅਤੇ 15ਵੀਂ ਲੋਕ ਸਭਾ ਵਿੱਚ ਦੀ ਸਰਕਾਰ ਬਣੀ ਸੀ ਬਹੁਦਲੀ ਦੀ, ਕਿਉਂਕਿ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ। ਅਤੇ ਸਾਡੇ ਪ੍ਰਧਾਨ ਮੰਤਰੀ ਸਨ ਡਾਕਟਰ ਮਨਮੋਹਨ ਸਿੰਘ, ਜੋ ਕਿ 14ਵੀਂ ਭਾਵ 2004 ਤੋਂ ਲੈ ਕੇ 2009 ਤੱਕ ਅਤੇ 2009 ਤੋਂ ਲੈ ਕੇ 2014 ਤੱਕ 14ਵੀਂ ਅਤੇ 15ਵੀਂ ਲੋਕ ਸਭਾ ਦਾ ਕਾਰਜਕਾਲ ਰਿਹਾ, ਜਿਸ ਦੇ ਦੌਰਾਨ ਕਾਂਗਰਸ ਵੱਲੋਂ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸਨ। ਇੰਗਲੈਂਡ ਅਤੇ ਅਮਰੀਕਾ ਵਿੱਚ ਕਿਹੜੀ ਪ੍ਰਣਾਲੀ ਹੈ? ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਦੋ ਦਲੀ ਪ੍ਰਣਾਲੀ ਹੈ। ਇੱਥੇ ਆਮ ਤੌਰ 'ਤੇ ਦੋ ਹੀ ਦਲ ਮੁੱਖ ਹਨ, ਦੋ ਤੋਂ ਵੱਧ ਦਲ ਨਹੀਂ ਹਨ। 13ਵੀਂ ਚੋਣ ਪਿੱਛੋਂ ਸੰਯੁਕਤ ਸਰਕਾਰ ਬਣਾਈ ਗਈ, ਜਿਸ ਦਾ ਕਾਰਜਕਾਲ 1999 ਤੋਂ ਲੈ ਕੇ 2004 ਤੱਕ ਦਾ ਸੀ। ਅਤੇ ਇਸ ਸਮੇਂ ਸਾਡੇ ਪ੍ਰਧਾਨ ਮੰਤਰੀ ਸਨ ਸ਼੍ਰੀ ਅਟਲ ਬਿਹਾਰੀ ਵਾਜਪਾਈ। ਇਸ ਤਰ੍ਹਾਂ ਅਸੀਂ ਇਹਦੇ ਕੁਐਸਚਨ ਆਨਸਰ ਕੀਤੇ ਹਨ। ਅਤੇ
ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਮਝ ਆ ਗਏ ਹੋਣਗੇ ਤੇ ਚੰਗੀ ਤਰ੍ਹਾਂ ਤੁਸੀਂ ਦੇਖ ਕੇ ਇੱਥੋਂ ਕਰ ਸਕਦੇ ਹੋ। ਇਸੇ ਤਰ੍ਹਾਂ ਇਸ ਤੋਂ ਹੇਠਾਂ ਸਾਡੀ ਸਲਾਈਡ ਹੈ ਇੰਗਲਿਸ਼ ਦੇ ਵਿੱਚ। ਬਾਈ ਯੂਨਾਈਟਿੰਗ ਵਿਦ ਵਿਚ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸਟਾਰਟਡ ਏ ਨਿਊ ਚੈਪਟਰ ਇਨ ਦ ਹਿਸਟਰੀ ਆਫ ਸੈਂਟਰ ਐਂਡ ਸਟੇਟ ਗਵਰਨਮੈਂਟ। ਭਾਰਤੀ ਜਨਤਾ ਪਾਰਟੀ। ਸੀ ਆਪਸ਼ਨ। ਵਟ ਇਜ਼ ਕੋਲੀਸ਼ਨ ਗਵਰਨਮੈਂਟ? ਗਵਰਨਮੈਂਟ ਹੈਵਿੰਗ ਮਲਟੀ ਪਾਰਟੀਜ਼, ਜਿਹਦੇ ਵਿੱਚ ਜ਼ਿਆਦਾ ਪਾਰਟੀਜ਼ ਦਲ ਹੁੰਦੇ ਨੇ। ਇਨ ਦਾ 14th and 15th ਲੋਕ ਸਭਾ ਇਲੈਕਸ਼ਨਜ਼ ਮਲਟੀ ਪਾਰਟੀ ਗਵਰਨਮੈਂਟ ਵਾਸ ਫਾਰਮਡ, ਬਹੁਦਲੀ ਸਰਕਾਰ ਬਣੀ। ਵਿਚ ਪਾਰਟੀ ਸਿਸਟਮ ਐਗਜ਼ਿਸਟ ਇਨ ਇੰਗਲੈਂਡ ਐਂਡ ਅਮੈਰੀਕਾ? ਡਿਊਲ ਪਾਰਟੀ ਸਿਸਟਮ, ਦੋ ਦਲੀ, ਡਿਊਲ ਭਾਵ ਦੋ। ਆਫਟਰ ਦਾ 30th ਜਨਰਲ ਇਲੈਕਸ਼ਨ ਦਾ ਕੋਲੀਸ਼ਨ ਗਵਰਨਮੈਂਟ ਵਾਸ ਫਾਰਮਡ ਵਿਚ ਵਰਕਡ ਫਰੋਮ 1999 ਟੂ 2004। ਆਨਸਰ ਆਵੇਗਾ ਇਸ ਦਾ ਇਹ ਆਪਸ਼ਨ ਆਵੇਗਾ। ਇਸੇ ਤਰ੍ਹਾਂ ਇਸ ਦੇ ਹੇਠਾਂ ਕੁਐਸਚਨ ਆਨਸਰ ਕੀਤੇ ਹੋਏ ਹਨ। ਪਹਿਲੇ ਦਾ ਸੀ ਕੀਤਾ ਅਸੀਂ ਨੇ, ਫਸਟ ਦੀ ਆਪਸ਼ਨ ਸੀ ਭਾਰਤੀ ਜਨਤਾ ਪਾਰਟੀ। ਸੈਕਿੰਡ ਦਾ ਅਸੀਂ ਨੇ ਫਿਰ ਸੀ ਦੇਖਿਆ ਗਵਰਨਮੈਂਟ ਹੈਵਿੰਗ ਮਲਟੀ ਪਾਰਟੀਜ਼। ਫਿਰ ਥਰਡ ਦਾ ਅਸੀਂ ਦੇਖਿਆ ਬੀ, ਥਰਡ ਆਇਆ ਗਵਰਨਮੈਂਟ ਹੈਵਿੰਗ ਟੂ ਪਾਰਟੀਜ਼। ਥਰਡ ਦਾ ਅਸੀਂ ਲਾਇਆਗਾ ਬੀ। ਇਨ ਦਾ 14th and 15th ਲੋਕ ਸਭਾ ਇਲੈਕਸ਼ਨਜ਼ ਮਲਟੀ ਪਾਰਟੀ। ਥਰਡ ਦਾ ਬੀ ਆਵੇਗਾ ਅਤੇ ਸੈਕਿੰਡ ਦਾ ਸੀ ਆਵੇਗਾ। ਫਿਰ ਫੋਰਥ ਦਾ ਅਸੀਂ ਬੀ ਲਾਇਆ ਡਿਊਲ ਪਾਰਟੀ ਸਿਸਟਮ, ਅਤੇ ਫਿਫਥ ਦਾ ਅਸੀਂ ਲਾਇਆਗਾ ਏ। ਇਸ ਤਰ੍ਹਾਂ ਤੁਹਾਡੇ ਇਹ ਆਨਸਰ ਹਨ ਜੋ ਤੁਸੀਂ ਕਰ ਸਕਦੇ ਹੋ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਧੰਨਵਾਦ।